ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗਗਨ ਦਮਾਮਾ ਬਾਜਿਓ, ਪਰਿਓ ਨਿਸ਼ਾਨਾ ਕਾਹੋ। ਖੇਤ ਜੋ ਮਾਂਡਿਓ ਸੂਰਮਾ, ਆਵ ਜੂਝਨ ਕੋ ਦਾਓ। ਸੂਰਾ ਸੋ ਪਹਿਚਾਨੀਐ, ਜੋ ਲਰੈ ਦੀਨ ਕੇ ਹੇਤ। ਪੁਰਜਾ ਪੁਰਜਾ ਕੱਟ ਮਰੈ, ਕਬਹੂ ਨਾ ਛਾਡੈ ਖੇਤ। ਜੋ ਤਾਉ ਪ੍ਰੇਮ ਖੇਲਣ ਕਾ ਚਾਉ, ਸਿਰ ਧਾਰ ਤਲੀ ਗਲੀ ਮੇਰੀ ਆਓ। ਹਿਤ ਮਾਰਗ ਪੈਰ ਤਰੀਜੈ, ਸਿਰ ਦੀਜੈ ਕਾਨ ਨਾ ਕੀਜੈ। ਡੰਡਾਉਤ ਬੰਧਨ ਅਨਕ ਬਾਰ, ਸਰਬ ਕਲਾ ਸਮਰੱਥ। ਡੋਲਨ ਤੇ ਰਾਖਹੁ ਪ੍ਰਭੂ, ਨਾਨਕ ਦੇ ਕਰ ਹੱਥ। ਤੁਮਰੀ ਸਰਣ ਤੁਮਾਰੀ ਆਸਾ, ਤੁਮ ਹੀ ਸੱਜਣ ਸੁਹੇਲੇ। ਰਾਖਹੁ ਰਾਖਣ ਹਾਰ ਦਇਆਲਾ, ਨਾਨਕ ਘਰ ਕੇ ਗੁਲੇ। ਕਹਾ ਬੁੱਧ ਪ੍ਰਭ ਤੁਛ ਹਮਾਰੀ, ਬਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲੇਹੋ ਤੁਮ ਕਥਾ ਸੁਧਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲੇਹੋ ਤੁਮ ਕਥਾ ਸੁਧਾਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਪਹਿਲਾ। ਸਿਮਲ ਰੁਖ ਸਰਾਏ ਰਾ, ਅਤ ਦੀਰਘ ਅਤ ਮੁਚ। ਓਏ ਜੇ ਆਵਹਿ ਆਸ ਕਰ, ਜਾਹੇ ਨਰਾਸੇ ਕਿਤ। ਸਿਮਲ ਰੁਖ ਸਰਾਏ ਰਾ, ਅਤ ਦੀਰਘ ਅਤ ਮੁਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਬੜੀ ਸਤਿਕਾਰਯੋਗ ਗੁਰੂ ਕੀ ਸਾਜੀ ਨਿਵਾਜੀ ਹੋਈ। ਗੁਰੂ ਖਾਲਸਾ ਸਾਧ ਸੰਗਤ ਜੀ, ਬੜਾ ਸਫਲਾ ਸਮਾਂ ਹੈ ਜੋ ਗੁਰੂ ਗ੍ਰੰਥ ਸਾਹਿਬ ਜੀ ਕੇ ਹਜ਼ੂਰ ਵਿਚਰ ਰਿਹਾ। ਅੱਜ ਪੰਜ ਪਿਆਲੇ ਪੰਜ ਪੀਰ, ਛਠਮ ਪੀਰ ਬੈਠਾ ਗੁਰ ਭਾਰੀ। ਅਰਜਨ ਕਾਇਆ ਪਲਟ ਕੈ, ਮੂਰਤ ਹਰ ਗੋਬਿੰਦ ਸਵਾਰੀ। ਐਸੇ ਦੀਨ ਦਿਆਲ ਸਤਿਗੁਰੂ, ਦਲ ਭੰਜਨ ਸੂਰਮੇ। ਮੀਰੀ ਪੀਰੀ ਦੇ ਮਾਲਕ, ਅਜਾਨ ਬਾਹੋ ਬੰਦੀ ਛੋੜ ਦਾਤਾ। ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਰਚਨਹਾਰ, ਦੁਖੀਆਂ ਦੇ ਦਰਦ ਸੁਣਨ ਵਾਲੇ, ਗਰੀਬਾਂ ਦੀ ਫਰਿਆਦ ਸੁਣਨ ਵਾਲੇ। ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਤਿੰਨਾਂ ਸਤਿਗੁਰਾਂ ਦਾ ਅੱਜ ਪਾਵਨ ਪਵਿੱਤਰ ਪ੍ਰਕਾਸ਼ ਦਿਹਾੜਾ ਹੈ। ਉਹਦੇ ਨਾਲ ਨਾਲ ਦਮਦਮੀ ਟਕਸਾਲ ਦੇ ਮਹਾਂਪੁਰਖ, 14ਵੇਂ ਮੁਖੀ ਸੇਵਾਦਾਰ ਧੰਨ ਸੰਤ ਗਿਆਨੀ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਮਹਾਂਪੁਰਖਾਂ ਦਾ ਸ਼ਹੀਦੀ ਦਿਹਾੜਾ ਹੈ। ਬਲੂ ਸਟਾਰ ਘੱਲੂਘਾਰਾ 1984
ਅੱਜ ਪਾਵਨ ਪਵਿੱਤਰ ਸ਼ਹੀਦੀ ਸਾਕਾ ਹੈ, ਭਾਈ ਘੱਲੂ ਘਾਰਾ ਹੈ। ਇਹ ਜੋੜ ਮੇਲੇ ਨੇ ਦੋ ਅੱਜ, ਬੜਾ ਹੀ ਪਾਕ ਪਵਿੱਤਰ ਸਮਾਂ ਹੈ। ਸੋ ਸਾਰਿਆਂ ਦੇ ਚਰਨਾਂ ਵਿੱਚ ਬੇਨਤੀ, ਜਿੱਥੋਂ ਤੱਕ ਆਵਾਜ਼ ਜਾਂਦੀ ਹੈ, ਭਾਈ ਗੁਰੂ ਘਰ ਜ਼ਰੂਰ ਆਓ। ਅੱਜ ਬੜਾ ਹੀ ਜ਼ਿਆਦਾ ਪਵਿੱਤਰ ਸਮਾਂ ਹੈ। ਸਤਿਗੁਰਾਂ ਨੇ ਕਿਰਪਾ ਮਿਹਰਾਮਤ ਕੀਤੀ। ਜਿਵੇਂ ਆਪਣੀ ਵਡਿਆਈ ਦੇ ਨਾਲ ਜੋੜਨਾ ਹੈ, ਮਹਾਰਾਜ ਸਾਹਿਬ ਜੀ ਕਿਰਪਾ ਮਿਹਰਾਮਤ ਕਰਨ। ਗੁਰਮੁਖ ਜਨਾਂ ਨੇ ਬੜੇ ਪ੍ਰੇਮ ਸਤਿਕਾਰ ਦੇ ਨਾਲ ਅੰਮ੍ਰਿਤ ਸਰੂਪ ਗੁਰਬਾਣੀ ਦੇ ਜਾਪ ਕੀਤੇ ਹਨ, ਨਿਤਨੇਮ ਬੰਦਗੀ ਭਜਨ ਕੀਤਾ ਹੈ। ਬੜਾ ਹੀ ਸਮਾਂ ਧੰਨਵਾਦੀ ਹੈ, ਕਿਉਂਕਿ ਸਾਈਂ ਦੀ ਯਾਦ ਵਿੱਚ ਗੁਜ਼ਰਿਆ ਹੈ। ਆਓ ਹੁਣ ਜਿੰਨਾ ਸਮਾਂ ਬਚਿਆ ਹੈ, ਮਨੋ ਬਿਰਤੀਆਂ ਨੂੰ ਇਕਾਗਰ ਕਰਕੇ ਲੜੀਵਾਰ ਸ੍ਰੀ ਆਸਾ ਜੀ ਦੀ ਗੁਰਬਾਣੀ ਦੀ ਕਥਾ ਦੇ ਨਾਲ ਸਰਵਣ ਕਰੀਏ ਜੀ, ਜੁੜੀਏ ਜੀ ਪ੍ਰੇਮ ਸਤਿਕਾਰ ਦੇ ਨਾਲ। ਮਨੋ ਬਿਰਤਿਆਂ ਨੂੰ ਇਕਾਗਰ ਕਰਕੇ ਆਖੀਏ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਪਹਿਲਾ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। ਐਸੇ ਦੀਨ ਦਿਆਲ ਸਤਿਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਨਿਰੰਕਾਰ ਪ੍ਰਮਾਤਮਾ ਜੀ श्री आसा जी की वार गुरबाणी के अंदर 14वीं पौड़ी 14वें श्लोक के अंदर पावन उपदेश बख्शिश करते हैं। सिमल रुख सरायरा अत दीर्घ अत मुच, करतारपुर करता वसै संतन कै पास। श्री करतारपुर साहिब की पावन पवित्र धरती है। ਉੱਥੇ ਸਤਿਗੁਰੂ ਜੀ ਸੰਗਤਾਂ ਨੂੰ ਉਪਦੇਸ਼ ਬਖਸ਼ ਰਹੇ ਨੇ। ਕਰਤਾਰਪੁਰ ਸਾਹਿਬ ਜੀ ਦੇ ਵਿੱਚ ਇੱਕ ਪਖੰਡੀ ਸਾਧੂ ਰਹਿੰਦਾ ਸੀ। ਉਹਦਾ ਪ੍ਰਤਾਪ ਬੜਾ ਜ਼ਿਆਦਾ ਸੀ ਇਲਾਕੇ ਦੇ ਅੰਦਰ, ਬੜਾ ਜ਼ਿਆਦਾ ਨਾਂ ਚੱਲਦਾ ਸੀ ਉਹਦਾ। ਗੁਰਸਿੱਖਾਂ ਨੇ ਜਦੋਂ ਅਧਿਕਾਰੀਆਂ ਨੇ ਵੇਖਿਆ, ਪਰਖ ਲਈ ਉਹ ਸਾਧੂ ਦੀ, ਪਖੰਡੀ ਦੀ, ਕੀ ਵੇਖਿਆ ਕਿ ਉਹਦੇ ਕੋਲ ਕੋਈ ਕਰਾਮਾਤ ਨਹੀਂ, ਕੋਈ ਸ਼ਕਤੀ ਨਹੀਂ, ਕੋਈ ਜਪ ਤਪ ਨਹੀਂ, ਥੋੜੇ ਬਾਤੇ ਕਰਮ ਕਾਂਡ ਨੇ ਜਿਨ੍ਹਾਂ ਦੇ ਕਰਕੇ ਲੋਕਾਂ ਨੂੰ ਜਿੱਤ ਰਿਹਾ ਹੈ। ਗੁਰਸਿੱਖਾਂ ਨੇ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਕਿ ਸਤਿਗੁਰੂ ਜੀ, ਐਸੀ ਪਾਕ ਪਵਿੱਤਰ ਧਰਤੀ ਦੇ ਉੱਤੇ ਇੱਕ ਪਖੰਡੀ ਸਾਧੂ ਰਹਿ ਰਿਹਾ ਹੈ, ਜਿਨ੍ਹੇ ਬੜੇ ਲੋਕਾਂ ਨੂੰ ਆਪਦੇ ਵੱਸ ਦੇ ਵਿੱਚ ਕੀਤਾ। ਬਗਲ ਸਮਾਧੀ ਲਾ ਕੇ ਲੋਕਾਂ ਨੂੰ ਵਸ ਵਿੱਚ ਕਰਦਾ ਏ, ਪਰਾਏ ਰੂਪਾਂ ਨੂੰ ਤੱਕਦਾ ਏ, ਮਾੜੇ ਕਰਮ ਕਰਦਾ ਏ। ਮਹਾਰਾਜ ਸਾਹਿਬ ਜੀ ਬੜਾ ਪਖੰਡੀ ਸਾਧੂ ਏ ਇਸ ਇਲਾਕੇ ਦੇ ਅੰਦਰ। ਇਹ ਸਾਰੀ ਵਾਰਦਾਤ ਸੁਣ ਕੇ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਗੁਰਬਾਣੀ ਅੰਦਰ ਪਖੰਡੀ ਸਾਧੂ ਦੀ ਬਾਬਤ ਉਹਦਾ ਚੱਕਰ ਚਿੰਨ੍ਹ ਕਿਹੋ ਜਿਹਾ ਏ, ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ। ਸਿਮਲ ਰੁਖ ਸਰਾਇਰਾ ਅਤ ਦੀਰਘ ਅਤ ਮੁਚ। ਸਤਿਗੁਰੂ ਜੀ ਫਰਮਾਉਂਦੇ ਨੇ, ਜਿਵੇਂ ਸਿਮਲ ਰੁੱਖ ਹੁੰਦਾ ਹੈ ਨਾ, ਇਹ ਬੜਾ ਹੀ ਕਹਿੰਦੇ ਸਰਾਇਆ ਕਹੀਏ, ਸਰਾਇਰਾ ਕਹੀਏ ਕਿ ਬੜਾ ਉੱਚਾ ਲੰਮਾ ਹੁੰਦਾ ਹੈ, ਵਿਸ਼ਾਲ ਰੂਪ ਹੁੰਦਾ ਹੈ ਇਸ ਰੁੱਖ ਦਾ। ਅਤ ਦੀਰਘ ਅਤ ਮੁਚ, ਬੜਾ ਹੀ ਜ਼ਿਆਦਾ ਉੱਚਾ ਕੱਦ ਕਾਠ ਇਸ ਰੁੱਖ ਦਾ। ਆਤ ਮੁੱਚ ਕਹੀਏ ਕਿ ਬੜਾ ਜ਼ਿਆਦਾ ਵਿਸਥਾਰ ਹੁੰਦਾ ਇਸ ਰੁੱਖ ਦਾ, ਛੋਟਾ ਰੁੱਖ ਨਹੀਂ ਹੁੰਦਾ ਕੋਈ। ਸਿਮਲ ਨਾਂ ਦਾ ਰੁੱਖ ਮਹਾਰਾਜ ਸਾਹਿਬ ਕਹਿੰਦੇ ਬੜਾ ਉੱਚਾ ਲੰਮਾ ਚੌੜਾ ਹੁੰਦਾ ਹੈ। ਓਏ ਜੇ ਆਵਹਿ ਆਸ ਕਰ ਜਾਹਿ ਨਰਾਸੇ ਕਿਤ। ਮਹਾਰਾਜ ਸਾਹਿਬ ਜੀ ਫਰਮਾਉਂਦੇ ਨੇ, ਓਏ ਜੇ ਆਵਹਿ ਆਸ ਕਰ ਜਾਹਿ ਨਿਰਾਸੇ ਕਿਤ। ਓਏ ਜਿਹੜੇ ਪੰਛੀ ਨੇ
ਜਿਹੜੇ ਨਾਮ ਦੇ ਪਿਆਸੇ ਨੇ, ਪਹਿਲੋਂ ਕਹਿ ਲਈਏ ਜਿਵੇਂ ਤੋਤੇ ਨੇ, ਉਹ ਇਹਦਾ ਅਰਥ ਤੋਤੇ ਵੀ ਕਰਦੇ ਨੇ। ਜਿਹੜੇ ਤੋਤੇ ਨੇ, ਪੰਛੀ ਆਦਿਕ ਨੇ, ਇਹ ਆਸ ਕਰਕੇ ਆਉਂਦੇ ਨੇ ਸਿਮਲ ਰੁੱਖ ਦੇ ਉੱਤੇ ਕਿ ਪਤਾ ਨਹੀਂ ਏਡਾ ਵੱਡਾ ਵਿਸ਼ਾਲ ਰੁੱਖ ਹੈ, ਕੀ ਪਤਾ ਇਹਨੂੰ ਕਿੰਨੇ ਫਲ ਲੱਗੇ ਹੋਣਗੇ, ਕਿੰਨੀ ਇਹਦੇ ਵਿੱਚ ਮਿਠਾਸ ਹੋਵੇਗੀ। ਸਤਿਗੁਰੂ ਜੀ ਕਹਿੰਦੇ ਓਏ ਜੇ ਆਵਹਿ ਆਸ ਕਰ, ਜਾਹੇ ਨਿਰਾਸੇ ਕਿਤ। ਬੜੀ ਆਸ ਦੇ ਨਾਲ ਆਉਂਦੇ ਨੇ ਸਿਮਲ ਰੁੱਖ ਦੇ ਕੋਲ ਕਿ ਇਹਦੀ ਛਾਂ ਹੇਠਾਂ ਬਵਾਂਗੇ, ਇਹਦੇ ਉੱਤੇ ਬਹਿ ਕੇ ਫਲ ਖਾਵਾਂਗੇ ਇਹਦੇ, ਪਰ ਜਾਹੇ ਨਿਰਾਸੇ ਕਿਤ। ਮਹਾਰਾਜ ਸਾਹਿਬ ਜੀ ਕਹਿੰਦੇ ਪਤਾ ਨਹੀਂ ਕਿੰਨੇ ਕੁ ਬਾਝੋਂ ਨਿਰਾਸੇ ਮੁੜਦੇ ਨੇ, ਉਹਨਾਂ ਦੀ ਆਸ ਮੁਰਾਦ ਪੂਰੀ ਨਹੀਂ ਹੁੰਦੀ। ਇਸੇ ਪ੍ਰਕਾਰ ਹੀ ਸਤਿਗੁਰੂ ਜੀ ਕਹਿੰਦੇ ਉਹ ਪਖੰਡੀ ਸਾਧੂ ਨੇ, ਸਿੱਧਾ ਲੱਖ ਕਰਕੇ ਬਹਿ ਜਾਂਦੇ ਨੇ ਸਮੁੰਦਰ ਦੇ ਕੰਢੇ ਤੇ, ਤੀਰਥਾਂ ਦੇ ਕੰਢਿਆਂ ਤੇ ਬਹਿ ਜਾਂਦੇ ਨੇ। ਸਤਿਗੁਰੂ ਜੀ ਕਹਿੰਦੇ ਬੜੇ ਉੱਚੇ ਲੰਮੇ ਜਵਾਨ ਹੁੰਦੇ ਨੇ, ਬਗਲ ਸਮਾਧੀ ਲਾ ਕੇ ਬਹਿ ਜਾਂਦੇ ਨੇ। ਐਦਾਂ ਲੱਗਦਾ ਜਿਵੇਂ ਪਰਮੇਸ਼ਰ ਨਾਲ ਇੱਕ ਮਿੱਕ ਹੋਣ, ਪਰ ਅਸਲ ਦੇ ਵਿੱਚ ਉਹ ਪਰਾਏ ਰੂਪਾਂ ਨੂੰ ਤੱਕ ਰਹੇ ਨੇ, ਮਾੜੇ ਕਰਮ ਸੋਚ ਰਹੇ ਨੇ ਆਪਦੇ ਹਿਰਦੇ ਦੇ ਅੰਦਰ। ਓਏ ਜੇ ਆਵਹਿ ਆਸ ਕਰ, ਜਾਹਿ ਨਿਰਾਸੇ ਕਿਤ। ਜਿੰਨੇ ਵੀ ਫਰਿਆਦੀ ਆਉਂਦੇ ਨੇ ਬੜੀ ਆਸ ਕਰਕੇ ਆਉਂਦੇ ਨੇ ਕਿ ਸਾਧੂ ਮਹਾਤਮਾ ਬੈਠੇ ਨੇ ਤੀਰਥ ਦੇ ਕੰਢੇ ਤੇ, ਇਹਨਾਂ ਤੋਂ ਕੁਝ ਵਾਰੀ ਮੰਗ ਲਈਏ। ਪਰ ਜਦੋਂ ਸਾਧੂ ਦੀ ਸੰਗਤ ਕੀਤੀ, ਭਾਈ ਸਿੱਕਾ ਹੀ ਖੋਟਾ ਨਿਕਲਿਆ, ਕੋਈ ਆਸ ਨਹੀਂ ਪੂਰੀ ਹੋਈ। ਮਹਾਰਾਜ ਸਾਹਿਬ ਜੀ ਕਹਿੰਦੇ ਪਤਾ ਨਹੀਂ ਕਿੰਨੇ ਕੁ ਨਿਰਾਸੇ ਜਾਂਦੇ ਨੇ। ਫਲ ਫਿੱਕੇ ਫੁੱਲ ਬਕ ਬਕੇ, ਕੰਮ ਨਾ ਆਵਹਿ ਪਤ। ਜਿਵੇਂ ਸਿਮਲ ਰੁੱਖ ਦੇ ਉੱਤੇ ਪੰਛੀ ਆ ਕੇ ਬੈਠਾ, ਇੱਛਾ ਕੀਤੀ ਕਿ ਫਲ ਛਕੀਏ, ਜਦੋਂ ਫਲ ਖਾਧਾ ਫਿੱਕਾ ਨਿਕਲਿਆ, ਦੁੱਧ ਜਿਹਾ ਨਿਕਲ ਲਾ ਪਿਆ, ਚੁੰਝ ਵੀ ਵਿੱਚੇ ਫਸ ਗਈ ਉਹਦੀ ਪੰਛੀ ਦੀ। ਫਲ ਵੀ ਬੜਾ ਬੇਰਸਾ ਨਿਕਲਿਆ, ਜਿਹੜੇ ਫੁੱਲ ਸਨ ਬੂਰ ਲੱਗਾ ਸੀ, ਉਹ ਮਹਾਰਾਜ ਸਾਹਿਬ ਜੀ ਕਹਿੰਦੇ ਬਕ ਬਕੇ ਨਿਕਲੇ, ਬੇਸਵਾਦੇ ਜੇ ਨਿਕਲੇ, ਕੰਮ ਨਾ ਆਵੇ ਪੱਤ। ਤੇ ਜਿਹੜੇ ਉਹਦੇ ਪੱਤੇ ਸੀ ਉਹ ਵੀ ਕਿਸੇ ਕੰਮ ਨਹੀਂ ਆਏ। ਮਿੱਠਤ ਨੀਵੀਂ ਨਾਨਕਾ, ਗੁਣ ਚੰਗਿਆਈਆ ਤਤ। ਇਹਦੋਂ ਚੰਗੀ ਦੇ ਕਹਿੰਦੇ ਮਹਾਰਾਜ ਸਾਹਿਬ ਜੀ ਕਹਿੰਦੇ ਬੇਰੀ ਹੈ, ਨੀਵੀਂ ਤੇ ਹੈ, ਅੰਦਰੋਂ ਤੇ ਨੀਵੀਂ ਹੈ ਨਾ। ਮਿੱਠਤ ਨੀਵੀਂ ਨਾਨਕਾ, ਗੁਣ ਚੰਗਿਆਈਆਂ ਤਤ। ਉਹਦੇ 'ਚ ਚੰਗਿਆਈ ਕੀ ਹੈ ਕਿ ਝੁਕੀ ਹੋਈ ਹੈ। ਸਿਮਲ ਰੁੱਖ ਬੜਾ ਸਰਾਇਰਾ ਸੀ, ਸਿੱਧਾ ਹੋ ਕੇ ਪੰਡਤ ਜਿਹੜਾ ਬਾਹਮਣ ਪਖੰਡੀ ਬੈਠਾ ਸੀ ਸਿਮਲ ਰੁੱਖ ਦੀ ਨਿਆਈ। ਬੜੇ ਲੋਕ ਆਸਾਂ ਦੇ ਕਰਕੇ ਆਏ ਪਰ ਨਿਰਾਸ਼ੇ ਹੋ ਕੇ ਗਏ, ਕਿਸੇ ਫਲ ਦੀ ਕੋਈ ਫੁੱਲ ਦੀ ਕੰਮ ਦੀ ਪ੍ਰਾਪਤੀ ਨਾ ਹੋਈ। ਇਹਦੋਂ ਚੰਗਾ ਮਹਾਰਾਜ ਸਾਹਿਬ ਜੀ ਕਹਿੰਦੇ ਮਿੱਠਤ ਨੀਵੀਂ ਨਾਨਕਾ। ਇਹਦੋਂ ਚੰਗੀ ਤੇ ਕਹਿੰਦੇ ਨੀਵਾਂਪੁਣਾ ਹੈ, ਮਨ ਨੀਵਾਂ ਰੱਖਣਾ ਚੰਗਾ ਹੈ। ਇਹਦੋਂ ਜਿਵੇਂ ਸੁਨਿਆਰਾ ਹੁੰਦਾ ਹੈ, ਸੋਨਾ ਜਦੋਂ ਵੇਚਦਾ ਹੈ ਉੱਤੇ ਇੱਕ ਹੋਰ ਧਾਰ ਚੜਾ ਦਿੰਦਾ ਨਕਲੀ। ਤੇ ਇਸੇ ਪ੍ਰਕਾਰ ਹੀ ਮਹਾਰਾਜ ਸਾਹਿਬ ਕਹਿੰਦੇ ਨੇ ਕਿ ਉਹ ਵੀ ਚੰਗੇ ਨੇ ਜਿਹੜੇ ਮਿੱਠੀਆਂ ਗੱਲਾਂ ਕਰਕੇ, ਮਿੱਠੇ ਬੋਲਾਂ ਦੇ ਨਾਲ ਇਹ ਸਾਰਾ ਕੁਝ ਜਿਹੜਾ ਹੈ ਜਿੱਤ ਲੈਂਦੇ ਨੇ, ਤਤ ਨੂੰ ਪਾ ਲੈਂਦੇ ਨੇ। ਮਿੱਠਤ ਨੀਵੀਂ ਨਾਨਕਾ, ਗੁਣ ਚੰਗਿਆਈਆਂ ਤਤ। ਜਿਹਦੇ ਕੋਲ ਚੰਗੇ ਗੁਣ ਨੇ, ਚੰਗਿਆਈ ਹੈ, ਤਤ ਸਿਧਾਂਤ ਹੈ ਅਕਾਲ ਪੁਰਖ ਵਾਹਿਗੁਰੂ ਦਾ, ਸੁਭਾਅ ਬੜਾ ਜਿਹਦਾ ਮਿੱਠਾ ਹੈ। ਮਹਾਰਾਜ ਸਾਹਿਬ ਜੀ ਕਹਿੰਦੇ ਜਿਹੜਾ ਅੰਦਰੋਂ ਵੀ ਨੀਵਾਂ ਝੁਕਿਆ ਹੋਇਆ ਹੈ, ਜਿਹੜਾ ਇਹ ਸਮਝਦਾ ਹੈ ਮਿੱਠਤ ਨੀਵੀਂ ਨਾਨਕਾ, ਗੁਣ ਚੰਗਿਆਈਆਂ ਤਤ, ਜਿਹੜਾ ਆਪਣੇ ਆਪ ਨੂੰ ਨੀਵਾਂ ਸਮਝਦਾ। ਸਤਿਗੁਰੂ ਜੀ ਕਹਿੰਦੇ ਪਖੰਡੀ ਸਾਧੂਆਂ ਤੋਂ ਤੇ ਉਹੀ ਚੰਗਾ ਹੈ। ਸਭ ਕੋ ਨਿਵੈ ਆਪ ਕਉ, ਪਰ ਕਉ ਨਿਵੈ ਨਾ ਕੋਈ। ਆਮ ਤੌਰ ਤੇ ਦੁਨੀਆਦਾਰ ਕੀ ਸੋਚਦੇ ਨੇ, ਸਭ ਕੋ ਨਿਵੈ ਆਪ ਕਉ, ਕਿ ਮੇਰੇ ਅੱਗੇ ਸਾਰੇ ਹੀ ਨੀਵੇਂ ਹੋਣ, ਮੈਂ ਸਾਰਿਆਂ ਤੋਂ ਉੱਚਾ ਹੋਵਾਂ। ਹਰੇਕ ਦੁਨੀਆ ਦੇ ਜੀਵ ਦਾ ਸੁਭਾਅ ਬਣਿਆ ਏ, ਕਹਿੰਦਾ ਕਿ ਮੇਰੇ ਅੱਗੇ ਸਾਰੇ ਝੁਕਣ, ਪਰ ਕਉ ਨਿਵੈ ਨਾ ਕੋਈ, ਔਰ ਮੈਂ ਨਾ ਕਿਸੇ ਦੇ ਅੱਗੇ ਝੁਕਾਂ।
ਇਹ ਸਾਰਿਆਂ ਦਾ ਹੀ ਤਕਰੀਬਨ ਸੁਭਾਅ ਬਣਿਆ। ਪਰ ਸਤਿਗੁਰੂ ਜੀ ਕਹਿੰਦੇ ਮਿੱਠਤ ਨੀਵੀਂ ਨਾਨਕ। ਗੁਰਸਿੱਖੋ ਜੇ ਰੱਬ ਦੀ ਪ੍ਰਾਪਤੀ ਕਰਨੀ ਨਾ, ਆਪਦਾ ਮਨ ਨੀਵਾਂ ਕਰ ਲਓ। ਇਹ ਨਾ ਹੋਵੇ ਕੋਈ ਗਰੀਬ ਗੁਰਦਾ ਆ ਜਾਵੇ ਤੇ ਉੱਚੇ ਹੋ ਕੇ ਬਹਿ ਜਾਓ ਕਿ ਅਸੀਂ ਤੇ ਬੜੇ ਅਮੀਰ ਹਾਂ, ਧਨਾੜ ਪੁਰਖ ਹਾਂ, ਅਸੀਂ ਨਹੀਂ ਇਹਨੂੰ ਜਾਣਦੇ ਕੌਣ ਤੁੱਛ ਜੀਵ। ਮਹਾਰਾਜ ਸਾਹਿਬ ਜੀ ਕਹਿੰਦੇ ਗੁਰਸਿੱਖੋ ਕਿਤੇ ਇਹ ਨਾ ਕਰ ਦਿਓ। ਮਿੱਠਤ ਨੀਵੀਂ ਨਾਨਕ, ਉਹਦੇ ਨਾਲ ਮਿੱਠੇ ਬੋਲ ਬੋਲੋ, ਮਨ ਨੀਵਾਂ ਕਰਕੇ ਰੱਖੋ, ਆਪਣੇ ਆਪ ਨੂੰ ਕਦੀ ਉੱਚਾ ਨਾ ਸਮਝੋ। ਇਹ ਨਾ ਸਮਝੋ ਕਿ ਸਾਰੇ ਮੇਰੇ ਅੱਗੇ ਝੁਕਣ, ਮੈਂ ਕਿਸੇ ਅੱਗੇ ਦੇ ਨਾ ਝੁਕਾਂ। ਧਰਤਾ ਰਾਜੂ ਤੋਲੀਐ ਨਿਵੈ ਸੋ ਗੌਰਾ ਹੋਏ। ਮਹਾਰਾਜ ਸਾਹਿਬ ਜੀ ਕਹਿੰਦੇ ਜਦੋਂ ਕੋਈ ਚੀਜ਼ ਤੋਲੀ ਦੀ ਨਾ, ਜਦੋਂ ਨਿਭਦੀ ਹੈ, ਸਤਿਗੁਰੂ ਜੀ ਕਹਿੰਦੇ ਉਹਦਾ ਮੁੱਲ ਜ਼ਿਆਦਾ ਵੱਧਦਾ ਚੀਜ਼ ਦਾ। ਜਦੋਂ ਤੱਕੜੀ ਦੇ ਉੱਤੇ ਕੋਈ ਚੀਜ਼ ਤੋਲੀ ਜਾਵੇ, ਇਹ ਨਹੀਂ ਕਿ ਜਿਹੜੀ ਚੀਜ਼ ਉੱਤੇ ਜਾਵੇ ਉਹਦਾ ਮੁੱਲ ਵਧੇਗਾ। ਜਿਹੜੀ ਚੀਜ਼ ਦਾ ਭਾਰ ਜ਼ਿਆਦਾ ਹੋਵੇਗਾ, ਮੁੱਲ ਵੀ ਉਹਦਾ ਵਧੇਗਾ। ਇਸ ਕਰਕੇ ਮਿੱਠਤ ਨੀਵੀਂ ਨਾਨਕ। ਵਾਰ-ਵਾਰ ਸਤਿਗੁਰੂ ਜੀ ਬੇਨਤੀ ਕਰਦੇ ਨੇ ਕਿ ਚੰਗਿਆਈ ਤੇ ਇਸੇ ਵਿੱਚ ਹੈ ਕਿ ਆਪਦੇ ਮਨ ਨੂੰ ਨੀਵਾਂ ਕਰਕੇ ਰੱਖੋ। ਅਪਰਾਧੀ ਦੂਣਾ ਨਿਵੈ ਜੋ ਹੰਤਾ ਮਿਰਗਾਹੇ। ਜਿਹੜਾ ਸਤਿਗੁਰੂ ਜੀ ਕਹਿੰਦੇ ਅਪਰਾਧੀ ਹੁੰਦਾ ਨਾ, ਜਿਹਨੂੰ ਸਾਰੇ ਕੰਮ ਦਾ ਪਤਾ ਵੀ ਹੋਵੇ ਪਰ ਅਪਰਾਧ ਕਮਾਉਂਦਾ ਹੋਵੇ, ਮਾੜੇ ਕਰਮ ਕਰਦਾ ਹੋਵੇ, ਸਤਿਗੁਰੂ ਜੀ ਕਹਿੰਦੇ ਉਹ ਕਿਵੇਂ ਹੁੰਦਾ? ਦੂਣਾ ਨਿਵੈ। ਉਹ ਦੂਣਾ ਨਿਵਦਾ ਹੈ, 2 ਗੁਣਾ ਵੱਧ ਨਿਵੇਗਾ ਉਹ। ਜੋ ਹੰਤਾ ਮਿਰਗਾਹੇ, ਜਿਵੇਂ ਸ਼ਿਕਾਰੀ ਜਦੋਂ ਹਿਰਨ ਦਾ ਸ਼ਿਕਾਰ ਕਰਦਾ ਹੈ ਨਾ, ਉਦੋਂ ਕਹਿੰਦੇ ਨੇ ਬੜਾ ਨੀਵਾਂ ਹੋ ਕੇ ਝੁੱਕ ਕੇ ਸ਼ਿਕਾਰ ਕਰਦਾ ਹੈ, ਪਰ ਉਹਨੇ ਕਿਤੇ ਹਿਰਨ ਨੂੰ ਫੁੱਲ ਨਹੀਂ ਕੋਈ ਪਾਉਣਾ, ਗੱਲ ਦੇ ਵਿੱਚ ਹਾਰ ਨਹੀਂ ਪਾਉਣਾ, ਉਹ ਤੇ ਹਿਰਨ ਨੂੰ ਮਾਰਨ ਦੇ ਵਾਸਤੇ ਝੁਕਦਾ ਹੈ। ਇਸੇ ਪ੍ਰਕਾਰ ਜਿਹੜਾ ਅਪਰਾਧੀ ਬਿਰਤੀ ਵਾਲਾ ਜੀਵ ਹੈ ਨਾ, ਸਤਿਗੁਰੂ ਜੀ ਕਹਿੰਦੇ ਉਹ ਤੇ ਇਸ ਪ੍ਰਕਾਰ ਹੈ ਜਿਵੇਂ ਸ਼ਿਕਾਰੀ ਮਿਰਗ ਨੂੰ ਮਾਰਨ ਲੱਗਾ ਹੈ। ਸੀਸ ਨਿਵਾਇਐ ਕਿਆ ਥੀਐ ਜਾ ਹਿਰਦੈ ਕਸੁੱਧੇ ਜਾਹੇ। ਸਤਿਗੁਰੂ ਜੀ ਕਹਿੰਦੇ ਜੇ ਸੱਚ ਦੇ ਨਾਲ ਜੁੜਨਾ ਤੇ ਫਿਰ ਸਿੱਧੇ ਮੂੰਹ ਜੜੋ। ਇਹ ਨਾ ਹੋਵੇ ਸੀਸ ਨਿਵਾਇਆ ਕਿਆ ਥੀਐ ਜਾ ਹਿਰਦੈ ਕਸੁੱਧੇ ਜਾਹੇ। ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕੀ ਜਾਈਏ ਤੇ ਧਿਆਨ ਕਿਤੇ ਰੱਖੀਏ ਬਾਹਰ। ਮਹਾਰਾਜ ਸਾਹਿਬ ਜੀ ਕਹਿੰਦੇ ਜਾ ਹਿਰਦੈ ਕਸੁੱਧੇ ਜਾਏ। ਜਦੋਂ ਹਿਰਦਾ ਹੀ ਕਸੁੱਧਾ ਏ, ਮਾਤੀ ਖੋਟੀ ਏ, ਅਪਵਿੱਤਰਤਾ ਏ ਹਿਰਦੇ ਦੇ ਅੰਦਰ, ਉਦੋਂ ਸੀਸ ਨਵਾਇਆ ਕੀ ਕਰੂਗਾ? ਮਹੱਲਾ ਪਹਿਲਾ ਪੜ੍ਹ ਪੁਸਤਕ ਸੰਧਿਆ ਬਾਦੰ। ਕਾਂਸੀ ਦੇ ਵਿੱਚ ਜਦੋਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਗਏ ਨਾ, ਉੱਥੇ ਇੱਕ ਪੰਡਤ ਟੱਕਰਿਆ ਮਹਾਰਾਜ ਸਾਹਿਬ ਜੀ। ਗੋਪਾਲ ਦੱਤ ਉਹਦਾ ਨਾਮ ਹੈ। ਬੜਾ ਹੰਕਾਰੀ ਪੰਡਤ, ਆਪਦੇ ਆਪ ਨੂੰ ਬੜਾ ਵਿਦਵਾਨ ਸਮਝਦਾ। ਮਹਾਰਾਜ ਸਾਹਿਬ ਜੀ ਨੂੰ ਪੁੱਛਣ ਲੱਗਾ ਕਿੰਗ ਪੁਸਤੰ ਅਧਿਆਤੰ, ਕਿ ਤੁਸੀਂ ਕਿੰਨੀਆਂ ਕੁ ਪੁਸਤਕਾਂ ਪੜ੍ਹੀਆਂ ਨੇ? ਮਹਾਰਾਜ ਸਾਹਿਬ ਜੀ ਕਹਿੰਦੇ ਪੁਸਤਕਾਂ ਪੜ੍ਹਨੀਆਂ, ਵਿੱਦਿਆ ਗ੍ਰਹਿਣ ਕਰਨੀ ਇਹ ਤੇ ਪੰਡਤਾਂ ਦੇ ਕੰਮ ਨੇ। ਅਸੀਂ ਤੇ ਰਮਤੇ ਸਾਧੂ ਹਾਂ, ਚੱਕਰਵਰਤੀ ਹਾਂ ਅਸੀਂ ਤੇ, ਇਹ ਤੇ ਤੁਹਾਡੇ ਲੇਖੇ ਆਈਆਂ ਨੇ ਪੁਸਤਕਾਂ। ਪੰਡਤ ਬੜਾ ਹੰਕਾਰੀ ਸੀ, ਕਹਿਣ ਲੱਗਾ ਮਹਾਰਾਜ ਜੀ, ਹਜੇ ਉਹਨੂੰ ਸੋਝੀ ਨਹੀਂ ਸੀ ਕਿ ਅਕਾਲ ਪੁਰਖ ਖੁਦ ਆਏ ਨੇ। ਕਹਿਣ ਲੱਗਾ ਕਿ ਫਿਰ ਫਕੀਰੋ ਤੁਸੀਂ ਇੱਥੇ ਕੀ ਕਰਦੇ? ਤੁਹਾਨੂੰ ਪਤਾ ਹੈ ਕਾਂਸੀ ਜਿਹੜੀ ਇਹ ਵਿੱਦਿਆ ਦੀ ਟਕਸਾਲ ਚੱਲਦੀ ਇੱਥੇ, ਬੜੇ ਵਿਦਵਾਨ ਬਣ ਕੇ ਨਿਕਲਦੇ ਨੇ, ਤੁਸੀਂ ਇੱਥੇ ਕੀ ਕਰਦੇ? ਤੁਹਾਡਾ ਕੰਮ ਹੀ ਨਹੀਂ ਕੋਈ ਇੱਥੇ। ਮਹਾਰਾਜ ਸਾਹਿਬ ਜੀ ਕਹਿੰਦੇ ਕੰਮ ਤੇ ਭਾਈ ਬੜੇ ਨੇ। ਉਹ ਕਹਿੰਦਾ ਫਿਰ ਜਾਂ ਤੇ ਤੁਸੀਂ ਇੱਥੇ ਚਲੇ ਜਾਓ ਜਾਂ ਮੇਰੇ ਨਾਲ ਚਰਚਾ ਕਰੋ ਵਿੱਦਿਆ ਦੇ ਪ੍ਰਤੀ। ਮੈਂ ਬੜਾ ਕੁਝ ਅਧਿਐਨ ਕੀਤਾ ਹੈ, ਜਾਂ ਮੇਰੇ ਨਾਲ ਚਰਚਾ ਕਰੋ ਜਾਂ ਇੱਥੋਂ ਚਲੇ ਜਾਓ। ਸਤਿਗੁਰੂ ਜੀ ਕਹਿੰਦੇ ਜੇ ਚਰਚਾ ਹੀ ਕਰਾਉਣੀ ਹੈ, ਅਸੀਂ ਕੁੱਤੇ ਕੋ ਕਰਾ ਲੈਂਦੇ ਹਾਂ। ਲਾਗੇ ਕੁੱਤਾ ਮਰਿਆ ਪਿਆ ਸੀ ਇੱਕ, ਬੜੀ ਬੋ ਆ ਰਹੀ ਸੀ ਕੁੱਤੇ ਦੇ ਕੋਲੋਂ। ਸਤਿਗੁਰੂ ਜੀ ਕਹਿੰਦੇ ਤੁਹਾਡੀ ਪ੍ਰਜਾਤੀ ਦਾ ਏ, ਇਹਦੇ ਕੋਲ ਚਰਚਾ ਕਰਾ ਲੈਂਦੇ ਹਾਂ। ਬਾਹਮਣ ਬੜੇ ਗੁੱਸੇ 'ਚ ਆਇਆ। ਪੰਡਤ ਕਹਿਣ ਲੱਗਾ ਇੱਕ ਤੇ ਤੁਹਾਨੂੰ ਕੋਈ ਵਿੱਦਿਆ ਨਹੀਂ ਆਉਂਦੀ, ਉੱਤੋਂ ਕਹਿੰਦੇ ਤੁਹਾਡੀ ਪ੍ਰਜਾਤੀ ਦਾ ਏ, ਇੱਕ ਕਹਿ ਰਹੇ ਹੋ ਕਿ ਪੰਡਤ ਹੈ, ਇਹਦੇ ਨਾਲ ਚਰਚਾ ਕਰਵਾ ਦਿੰਦੇ ਹਾਂ। ਤੁਸੀਂ ਸਾਡੀ ਨਰਾਦਰੀ ਕੀਤੀ, ਤੁਹਾਨੂੰ ਪਤਾ ਨਹੀਂ ਪੰਡਤ ਦਾ ਸਤਿਕਾਰ ਕੀ ਹੈ। ਮਹਾਰਾਜ ਸਾਹਿਬ ਜੀ ਕਹਿੰਦੇ ਕਾਹਲੇ ਨਾ ਪਾਓ,
ਜੇ ਵਿਚਾਰ ਹੀ ਕਰਨੀ ਤਾਂ ਅਸੀਂ ਕੁੱਤੇ ਦੇ ਨਾਲ ਕਰਾ ਦਿੰਦੇ ਹਾਂ, ਕਿਉਂਕਿ ਸੰਗਤ ਜੀ ਗੁਰੂ ਨਾਨਕ ਦੇ ਘਰ ਦੇ ਵਿੱਚ ਕੁੱਤਿਆਂ ਵਿੱਚ ਵੀ ਕਰਾਮਾਤ ਹੁੰਦੀ ਹੈ। ਬੰਦਿਆਂ ਵਿੱਚ ਤੇ ਬੜੀ ਦੂਰ ਦੀ ਗੱਲ ਏ, ਕੁੱਤਿਆਂ ਦੇ ਵਿੱਚ ਵੀ ਕਰਾਮਾਤ ਮੰਨੀ ਜਾਂਦੀ ਹੈ। ਜਿੰਨੇ ਮਨੁੱਖਾ ਜਾਮਾ ਪਹਿਨ ਲਿਆ ਉਹ ਤੇ ਸਤਿਗੁਰਾਂ ਨੇ ਕਿਰਪਾ ਕਰਨੀ ਹੈ, ਪਰ ਜਿੰਨੇ ਜੂਨਾਂ ਦੇ ਵਿੱਚ ਜਿਹੜਾ ਪਿਆ ਉਹਦੇ ਵਿੱਚ ਵੀ ਕਰਾਮਾਤ ਗੁਰੂ ਨਾਨਕ ਦੇਵ ਜੀ ਬਖਸ਼ਿਸ਼ ਕਰ ਦਿੰਦੇ। ਸਤਿਗੁਰੂ ਜੀ ਕਹਿੰਦੇ ਤੁਹਾਡੇ ਪੁਰਖਿਆਂ ਵਿੱਚੋਂ ਇਹ ਪੰਡਤ ਜੀ ਇਹ ਕੁੱਤੇ ਨੂੰ ਪੁੱਛ ਕੇ ਵੇਖੋ। ਭਾਈ ਮਰਦਾਨੇ ਨੂੰ ਹੁਕਮ ਕੀਤਾ ਕਿ ਸਤਨਾਮ ਦਾ ਜਾਪ ਕਰਕੇ ਕੁੱਤੇ ਦੇ ਮੂੰਹ ਤੇ ਛੱਟੇ ਮਾਰ ਜਲ ਦੇ। ਭਾਈ ਮਰਦਾਨੇ ਨੇ ਉਸੇ ਪ੍ਰਕਾਰ ਹੀ ਕੀਤਾ। ਕੁੱਤਾ ਕਹਿੰਦੇ ਸੁਰਜੀਤ ਹੋ ਕੇ ਬਹਿ ਗਿਆ। ਤੇ ਪੰਡਤ ਕਹਿਣ ਲੱਗਾ ਕਿ ਕੁੱਤਾ ਕਿਵੇਂ ਉੱਠ ਪਿਆ, ਇਹ ਤੇ ਮਰਿਆ ਪਿਆ ਸੀ। ਸਤਿਗੁਰੂ ਜੀ ਕਹਿੰਦੇ ਤੇ ਵਿਚਾਰ ਵੀ ਕਰੇਗਾ, ਤੂੰ ਕਹਿੰਦਾ ਮਰਿਆ ਪਿਆ ਤੇ ਵਿਚਾਰ ਵੀ ਕਰੇਗਾ ਉੱਠ ਪਿਆ ਹੁਣ ਤੇ ਤੁਹਾਡੇ ਪੁਰਖਿਆਂ ਵਿੱਚੋਂ ਹੀ ਇਹ। ਉਹ ਪੰਡਤ ਕਹਿਣ ਲੱਗਾ ਕਿ ਤੁਸੀਂ ਦੱਸੋ ਸਤਿਗੁਰੂ ਜੀ ਸਾਡੇ ਪੁਰਖਿਆਂ ਵਿੱਚੋਂ ਕਿਵੇਂ ਹੋ ਗਿਆ ਇਹ, ਤੁਸੀਂ ਸਾਡੀ ਵਾਰ-ਵਾਰ ਨਿਰਾਦਰੀ ਕਰ ਰਹੇ ਹੋ, ਕਿਰਪਾ ਕਰਕੇ ਦੱਸੋ ਕਿ ਸਾਡੇ ਪੁਰਖਿਆਂ ਵਿੱਚੋਂ ਇਹ ਪੰਡਤ ਕਿਵੇਂ ਹੋਇਆ, ਇਹ ਕੁੱਤੇ ਦੀ ਜੂਨ ਵਿੱਚ ਕਿਵੇਂ ਪਿਆ। ਸਤਿਗੁਰੂ ਜੀ ਕਹਿੰਦੇ ਆਪ ਹੀ ਦੱਸੇਗਾ। ਉਹ ਜਿਹੜਾ ਕੁੱਤਾ ਸੀ ਉਹ ਬੋਲਣ ਲੱਗ ਪਿਆ। ਪਹਿਲੋਂ ਪੰਡਤ ਗੋਪਾਲ ਦਾਤ ਨੇ ਪੁੱਛਿਆ ਕਿ ਕਿੰਨੀਆਂ ਪੁਸਤਕਾਂ ਨੂੰ ਪੜ੍ਹੀਆਂ ਨੇ। ਉਹ ਕਹਿੰਦਾ ਤੇਰੇ ਤੋਂ ਜ਼ਿਆਦੀਆਂ ਹੀ ਪੜ੍ਹੀਆਂ ਨੇ, ਥੋੜ੍ਹੀਆਂ ਨਹੀਂ ਪੜ੍ਹੀਆਂ। ਉਹ ਕਹਿੰਦਾ ਜਿਵੇਂ ਫਕੀਰ ਜੀ ਕਹਿ ਰਹੇ ਨੇ ਕਿ ਤੂੰ ਸਾਡੀ ਕੁੱਲ ਦੇ ਵਿੱਚੋਂ ਏ, ਤੂੰ ਦੱਸ ਤੂੰ ਕੌਣ ਏ। ਉਹ ਕਹਿੰਦਾ ਮੈਂ ਤੇਰਾ ਦਾਦਾ ਹਾਂ ਪੁੱਤਰ, ਮੇਰਾ ਨਾਮ ਬਿਸ਼ਨ ਦੱਤ ਹੈ। ਉਹ ਬੜਾ ਹੈਰਾਨਜਨਕ ਹੋਇਆ ਕਿ ਜੇ ਤੂੰ ਮੇਰਾ ਦਾਦਾ ਹੈ ਤੇ ਕੁੱਤੇ ਦੀ ਜੂਨ ਵਿੱਚ ਕਿਵੇਂ ਆਇਆ ਫਿਰ। ਉਹ ਕਹਿਣ ਲੱਗਾ ਮੈਨੂੰ ਤੇਰੀ ਵੀ ਚਿੰਤਾ ਇਸੇ ਪ੍ਰਕਾਰ ਹੀ ਹੈ, ਮੈਨੂੰ ਲੱਗਦਾ ਤੂੰ ਵੀ ਕੁੱਤੇ ਦੀ ਜੂਨ ਵਿੱਚ ਹੀ ਆਊਂਗਾ, ਕਿਉਂਕਿ ਮੈਂ ਵੀ ਤੇਰੇ ਵਾਂਗੂ ਇਸੇ ਪ੍ਰਕਾਰ ਹੀ ਫਕੀਰਾਂ ਦੇ ਨਾਲ ਮਖੌਲ ਕਰਦਾ ਸੀ। ਕੋਈ ਫਕੀਰ ਕਾਂਸੀ ਦੇ ਵਿੱਚ ਆ ਜਾਂਦਾ, ਮੈਂ ਉਹਦੀ ਬੜੀ ਬੇਇੱਜ਼ਤੀ ਕਰਦਾ, ਬੜੇ ਉਹਨੂੰ ਮਾੜੇ ਸ਼ਬਦ ਬੋਲਦਾ। ਇਸੇ ਪ੍ਰਕਾਰ ਹੀ ਇੱਕ ਦਿਨ ਕੋਈ ਫਕੀਰ ਆਇਆ ਤੇ ਮੈਂ ਉਹਨੂੰ ਸਤਾਉਣ ਲੱਗ ਪਿਆ ਕਿ ਮੇਰੇ ਨਾਲ ਚਰਚਾ ਕਰ। ਉਹ ਫਕੀਰ ਨੇ ਕਹਿ ਦਿੱਤਾ ਕਿਤੇ ਕਿ ਕੁੱਤਿਆਂ ਵਾਂਗੂ ਬੋਲੀ ਜਾਣਾ ਹੈ, ਤੈਨੂੰ ਪਤਾ ਨਹੀਂ ਲੱਗਦਾ ਕਿ ਚਿੰਤਨ ਕਰਨਾ, ਵਾਹਿਗੁਰੂ ਦਾ ਆਰਾਧਨ ਕਰਨਾ ਹੈ। ਉਹ ਜਿਹੜਾ ਕੁੱਤਾ ਸੀ ਉਹ ਕਹਿਣ ਲੱਗਾ ਬਿਸ਼ਨ ਦੱਤ ਕਿ ਮੈਨੂੰ ਉਦੋਂ ਦੀ ਕੁੱਤੇ ਦੀ ਜੂਨ ਪ੍ਰਾਪਤ ਹੈ, ਮੈਂ ਤੇਰਾ ਦਾਦਾ ਲੱਗਦਾ ਹਾਂ, ਮੈਨੂੰ ਵੀ ਤੇਰੀ ਚਿੰਤਾ ਹੈ, ਤੂੰ ਫਕੀਰਾਂ ਨੂੰ ਬੜਾ ਛੇੜਦਾ ਹੈ, ਜਿਹੜੇ ਰੱਬ ਦੀ ਭਗਤੀ ਕਰਦੇ ਨੇ ਉਹਨਾਂ ਦੇ ਨਾਲ ਚਰਚਾ ਕਰਨ ਲੱਗ ਪੈਂਦਾ ਹੈ। ਮੈਂ ਵੀ ਪੁੱਤਰ ਤੇਰੇ ਵਾਂਗੂ ਬੜੇ ਫਕੀਰਾਂ ਦੇ ਨਾਲ ਚਰਚਾ ਕੀਤੀ, ਜੇ ਕੋਈ ਹਾਰ ਜਾਵੇ ਤੇ ਉਹਦੀ ਬੇਇੱਜ਼ਤੀ ਬੜੀ ਕੀਤੀ ਰੱਬ ਦੇ ਨਾਮ ਜਪਣ ਵਾਲੇ ਦੀ। ਫਿਰ ਮੈਨੂੰ ਫਕੀਰ ਦਾ ਸ਼ਰਾਪ ਮਿਲਿਆ ਤੇ ਮੈਂ ਕੁੱਤੇ ਦੀ ਜੂਨ ਪਿਆ। ਅੱਜ ਗੁਰੂ ਨਾਨਕ ਦੇਵ ਜੀ ਨੇ ਕਿਰਪਾ ਕੀਤੀ ਏ, ਮੈਨੂੰ ਇਸ ਜੂਨੀ ਤੋਂ ਮੁਕਤ ਕਰਾਇਆ ਏ, ਬੜੀ ਕਿਰਪਾ ਮਿਹਰਾਮਤ ਕੀਤੀ। ਬਿਸ਼ਨ ਦੱਤ ਕਹਿਣ ਲੱਗਾ ਕਿ ਹੇ ਮੇਰੇ ਪੋਤਰੇ, ਕਿਉਂਕਿ ਉਹਦਾ ਦਾਦਾ ਲੱਗਦਾ ਸੀ, ਕਹਿੰਦਾ ਕਿ ਗੋਪਾਲ ਦੱਤ ਤੂੰ ਵੀ ਗੁਰੂ ਨਾਨਕ ਦੇਵ ਜੀ ਦੀ ਸ਼ਰਨ ਦੇ ਵਿੱਚ ਆ ਜਾ, ਤੇਰਾ ਪਾਰ ਉਤਾਰਾ ਹੋ ਜਾਵੇਗਾ। ਉਦੋਂ ਬਾਅਦ ਕਹਿੰਦੇ ਨੇ ਕਿ ਕੋਈ ਪ੍ਰਕਾਸ਼ ਹੋਇਆ ਤੇ ਬਰੂਹਾਂ ਆਈਆਂ ਤੇ ਬਿਸ਼ਨ ਦੱਤ ਨੂੰ ਸੱਚਖੰਡ ਸਾਹਿਬ ਲੈ ਗਈ। ਤੇ ਜਿਹੜਾ ਗੋਪਾਲ ਦੱਤ ਸੀ ਉਹਨੂੰ ਵੀ ਇੰਨੀ ਸੋਝੀ ਆ ਗਈ ਕਿ ਸੱਚਮੁੱਚ ਹੀ ਗੁਰੂ ਨਾਨਕ ਦੇਵ ਜੀ ਖੁਦ ਖੁਦਾ ਨੇ, ਨਿਰੰਕਾਰ ਦਾ ਸਰੂਪ ਨੇ। ਫਿਰ ਉਹਨੇ ਨੀਵੇਂ ਹੋ ਕੇ ਮਨ ਨੀਵਾਂ ਕਰ ਲਿਆ, ਫਿਰ ਨਿਮਰਤਾ ਸਹਿਤ ਹੋ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਬੇਨਤੀ ਕਰਦਾ ਹੈ। ਪੜ੍ਹ ਪੁਸਤਕ ਸੰਧਿਆ ਬਾਦੰ, ਕਹਿਣ ਲੱਗਾ ਕਿ ਸਤਿਗੁਰੂ ਜੀ ਬੜੀਆਂ ਪੁਸਤਕਾਂ ਪੜ੍ਹੀਆਂ, ਬੜਾ ਗਿਆਨ ਗ੍ਰਹਿਣ ਕੀਤਾ, ਕਿਰਪਾ ਕਰਕੇ ਦੱਸੋ ਕਿ ਮੇਰੇ ਕਿਸੇ ਕੰਮ ਵੀ ਆਵੇਗਾ। ਸਤਿਗੁਰੂ ਜੀ ਫਰਮਾਉਂਦੇ ਨੇ ਪੜ੍ਹ ਪੁਸਤਕ ਸੰਧਿਆ ਬਾਦੰ, ਭਾਵੇਂ ਜਿੰਨੀਆਂ ਮਰਜ਼ੀ ਪੁਸਤਕਾਂ ਪੜ੍ਹ ਲਵੋ, ਜਿੰਨੇ ਮਰਜ਼ੀ ਧਾਰਮਿਕ ਗ੍ਰੰਥ ਪੜ੍ਹ ਲਵੋ, ਸਤਿਗੁਰੂ ਜੀ ਕਹਿੰਦੇ ਇਹ ਸਾਰਾ ਕੁਝ ਜਿੰਨੀ ਇਹਨਾਂ ਦੇ ਵਿਚਾਰ ਕਰਨੀ ਬਾਦਨ ਕਹੀਏ ਕਿ ਵਿਅਰਥ ਹੈ। ਸਿਲ ਪੂਜਸ ਬਗਲ ਸਮਾਧੰ, ਮਹਾਰਾਜ ਸਾਹਿਬ ਕਹਿੰਦੇ ਪਣਤੋ ਤੁਸੀਂ ਸਿਲ ਨੂੰ ਪੂਜਦੇ, ਪੱਥਰ ਨੂੰ ਹੀ ਪੂਜੀ ਜਾਂਦੇ ਹੋ, ਪੱਥਰਾਂ ਦੇ ਉੱਤੇ ਦੁੱਧ ਪਾ ਪਾ ਕੇ ਉਹਨਾਂ ਨੂੰ ਪੂਜਦੇ ਹੋ। ਬਗਲ ਸਮਾਧੰ, ਤੀਰਥਾਂ ਦੇ ਕੰਢਿਆਂ ਤੇ ਬਹਿੰਦੇ ਹੋ, ਪੱਥਰਾਂ ਦੇ ਉੱਤੇ ਬਹਿੰਦੇ ਹੋ, ਬਗਲ ਸਮਾਧੀ ਲਾਉਂਦੇ ਹੋ। ਬਗਲੇ ਦਾ ਸੁਭਾਅ ਕੀ ਹੁੰਦਾ ਏ?
ਕਿ ਬੜਾ ਇਕਾਗਰ ਹੋ ਕੇ ਬਹਿ ਜਾਂਦਾ ਆਪਦੀਆਂ ਇੰਦਰੀਆਂ ਵੱਸ ਦੇ ਵਿੱਚ ਕਰਕੇ। ਜਦੋਂ ਕਿਤੇ ਮੱਛੀ ਲਾਗੇ ਜੇ ਆਉਂਦੀ ਨਾ ਕਿਨਾਰੇ ਦੇ, ਉਦੋਂ ਹੀ ਝਵਟਾ ਮਾਰ ਲੈਂਦਾ, ਉਦੋਂ ਹੀ ਖਾ ਲੈਂਦਾ ਉਹਨੂੰ। ਮਹਾਰਾਜ ਸਾਹਿਬ ਕਹਿੰਦੇ ਤੁਹਾਡਾ ਵੀ ਪਣਤੋ ਇਹੀ ਸੁਭਾਅ ਹੈ। ਤੀਰਥ ਦੇ ਕੰਢੇ ਬਹਿ ਜਾਂਦੇ ਹੋ ਤੇ ਪਰਾਏ ਰੂਪਾਂ ਨੂੰ ਤੱਕੀ ਜਾਂਦੇ ਹੋ। ਜੇ ਕੋਈ ਤੁਹਾਡੇ ਅੰਦਰ ਝਵਟੇ ਦੇ ਅੰਦਰ ਆਉਂਦਾ ਏ, ਉਹਨੂੰ ਠੱਗ ਲੈਂਦੇ ਹੋ ਤੇ ਪੱਥਰਾਂ ਦੇ ਉੱਤੇ ਬਹਿ ਕੇ ਜਪ ਤਪ ਕਰਦੇ ਹੋ। ਮੁਖ ਝੂਠ ਬਿਭੂਖਣ ਸਾਰੰ, ਆਪਦਾ ਜਿਹੜਾ ਮੁੱਖ ਏ ਇਹਨੂੰ ਝੂਠਾ ਬਣਾਇਆ ਪਿਆ ਤੁਸੀਂ, ਹਰੇਕ ਗੱਲ ਨੂੰ ਝੂਠੀ ਕਰ ਦੇਣਾ। ਬੜੇ ਤੁਸਾਂ ਨੇ ਵਹਿਮ ਭਰਮ ਪਾਏ ਨੇ ਬਿਭੂਖਣ ਸਾਰੰ, ਤੇ ਆਪਦੇ ਝੂਠ ਨੂੰ ਦੱਸਦੇ ਐਵੇਂ ਹੋ ਜਿਵੇਂ ਬੜਾ ਵਧੀਆ ਸੱਚ ਬੋਲਿਆ ਹੋਵੇ। ਜਿਵੇਂ ਕਹਿੰਦੇ ਦੋ ਮਿੱਤਰ ਸਨ, ਇੱਕ ਕਹਿੰਦਾ ਕਿ ਮੈਂ ਰਾਜੇ ਦੇ ਦਰਬਾਰ ਦੇ ਅੰਦਰ ਜਾ ਕੇ ਝੂਠ ਬੋਲਾਂਗਾ, ਤੂੰ ਸੱਚ ਕਰਕੇ ਵਿਖਾਈ। ਉਹਨਾਂ ਨੇ ਇਸੇ ਪ੍ਰਕਾਰ ਹੀ ਕੀਤਾ। ਉਹ ਚਲੇ ਗਏ, ਰਾਜੇ ਨੂੰ ਕਹਿਣ ਲੱਗੇ। ਇੱਕ ਕਹਿਣ ਲੱਗਾ ਕਿ ਮੈਂ ਇੱਕ ਰੁੱਖ ਤੋਂ ਮਰਗਾਈ ਡਿੱਗਦੀ ਵੇਖੀ, ਉਹ ਨਾਲ ਦੀ ਨਾਲ ਹੀ ਭੁੱਜ ਗਈ। ਜਿੰਨੇ ਰਾਜ ਦਰਬਾਰ ਦੇ ਅੰਦਰ ਬੈਠੇ ਸਾਰੇ ਹੈਰਾਨ ਹੋ ਗਏ, ਕਹਿਣ ਲੱਗੇ ਇਹ ਝੂਠ ਮਾਰਨ ਦਿਆ ਹੈ। ਜਿੰਨੇ ਹੁਣ ਸੱਚ ਕਰਨਾ ਸੀ ਉਹ ਬੋਲਣ ਲੱਗਾ, ਕਹਿੰਦਾ ਕਿ ਮੈਨੂੰ ਪਤਾ ਹੈ ਰਾਜਨ, ਜਦੋਂ ਸ਼ਿਕਾਰੀ ਨੇ ਤੀਰ ਮਾਰਿਆ ਨਾ ਮਰਗਾਈ ਦੇ, ਮਰਗਾਈ ਨੇ ਰੋੜ ਖਾਧੇ ਸੀ, ਉਹ ਰੋੜਾਂ ਦੀ ਰਗੜ ਦੇ ਨਾਲ ਉਹਦਾ ਜਿਹੜਾ ਸਰੀਰ ਸਾਰਾ ਭੁੱਜ ਗਿਆ, ਭਸਮ ਹੋ ਗਿਆ। ਸਾਰੇ ਕਹਿਣ ਲੱਗੇ ਬੜਾ ਸੱਚ ਬੋਲਿਆ, ਸਹੀ ਗੱਲ ਕੀਤੀ ਹੈ। ਰੋੜਾਂ ਦੀ ਰਗੜ ਦੇ ਨਾਲ ਹੀ ਉਹਦਾ ਜਿਹੜਾ ਸਰੀਰ ਸੜ ਗਿਆ ਹੋਵੇ। ਇਸ ਪ੍ਰਕਾਰ ਮਹਾਰਾਜ ਸਾਹਿਬ ਜੀ ਕਹਿੰਦੇ ਤੁਸੀਂ ਝੂਠ ਬੋਲ ਬੋਲ ਕੇ ਬੜੇ ਸ੍ਰੇਸ਼ਟ ਗਹਿਣੇ ਬਣਾ ਲੈਂਦੇ ਹੋ। ਤ੍ਰੈ ਪਾਲ ਤਿਹਾਲ ਵਿਚਾਰੰ, ਪਰ ਤੁਸੀਂ ਇਹ ਨਹੀਂ ਜਾਣਦੇ ਜਿਹੜਾ ਤਿੰਨਾਂ ਲੋਕਾਂ ਨੂੰ ਪਾਲਣ ਵਾਲਾ, ਤਿੰਨਾਂ ਕਾਲਾਂ ਦੇ ਵਿੱਚ, ਤਿੰਨਾਂ ਸਮਿਆਂ ਦੇ ਵਿੱਚ ਸਾਰੇ ਜੀਵਾਂ ਦੀ ਵਿਚਾਰ ਕਰਨ ਵਾਲਾ ਹੈ। ਗਲ ਮਾਲਾ ਤਿਲਕ ਲਲਾਟੰ, ਤੁਸੀਂ ਉਹਨੂੰ ਤੇ ਜਾਣਿਆ ਨਹੀਂ। ਕੀ ਕੀਤਾ? ਮਾਥੇ ਤਿਲਕ ਹੱਥ ਮਾਲਾ ਬਾਣਾ, ਲੋਗਨ ਰਾਮ ਖਿਲਾਉਣਾ ਜਾਣਾ। ਤੁਸੀਂ ਤੇ ਰਾਮ ਨੇ ਖਿਡੌਣਾ ਬਣਾ ਲਿਆ। ਗਲ ਦੇ ਵਿੱਚ ਮਾਲਾ ਪਾ ਲਈ ਵਿਖਾਵੇ ਦੇ ਵਾਸਤੇ, 12 ਤਿਲਕ ਲਾ ਲਏ, ਕਿਉਂਕਿ ਇਹ ਬਾਹਮਣ ਮੱਤ ਭਾਈ ਇਹ ਬੜੇ ਪ੍ਰਕਾਰ ਦਾ ਹੈ। ਕੋਈ ਮੱਥੇ ਤੇ ਸਿੱਧਾ ਤਿਲਕ ਲਾਉਂਦਾ, ਕੋਈ ਵਿੰਗਾ ਲਾਉਂਦਾ, ਕੋਈ ਕਿਸ ਪ੍ਰਕਾਰ, ਕੋਈ ਕਿਸ ਪ੍ਰਕਾਰ। ਮਹਾਰਾਜ ਸਾਹਿਬ ਜੀ ਕਹਿੰਦੇ ਤੁਸੀਂ ਗਲ ਦੇ ਵਿੱਚ ਮਾਲਾ ਪਾ ਲਈਆਂ, ਬੜੇ ਪ੍ਰਕਾਰ ਦੇ ਤਿਲਕ ਲਾ ਲਏ। ਦੋਏ ਧੋਤੀ ਬਸਤਰ ਕਪਾਟੰ, ਮਹਾਰਾਜ ਸਾਹਿਬ ਜੀ ਫਰਮਾਉਂਦੇ ਨੇ ਕਿ ਦੋ ਦੋ ਧੋਤੀਆਂ ਰੱਖ ਲਈਆਂ ਆਪਦੇ ਕੋਲ। ਕਪਾਟੰ ਕਹੀਏ ਕਿ ਪਾਣੀ ਦੇ ਨਾਲ ਭਿੱਜਾ ਆਪਦੇ ਤਾਲੂ ਦੇ ਉੱਤੇ ਬਸਤਰ ਰੱਖ ਲਿਆ। ਜੇ ਜਾਣਸ ਬ੍ਰਹਮੰ ਕਰਮੰ, ਜੇ ਤੁਸੀਂ ਇਹ ਜਾਣੋ ਨਾ ਕਿ ਬ੍ਰਹਮ ਦੇ ਕਰਮ ਨੇ, ਜੇ ਤੁਸੀਂ ਜਾਣੋ ਕਿ ਪੱਥਰ ਦੇ ਉੱਤੇ ਬਹਿ ਕੇ ਤੀਰਥਾਂ ਦੀ ਪੂਜਾ ਕਰਨ ਦੇ ਨਾਲ, ਤੀਰਥਾਂ ਉੱਤੇ ਇਸ਼ਨਾਨ ਕਰਨ ਦੇ ਨਾਲ, ਗਲ ਦੇ ਵਿੱਚ ਮਾਲਾ ਪਾਉਣ ਦੇ ਨਾਲ, ਦੋ ਦੋ ਧੋਤੀਆਂ ਰੱਖਣ ਦੇ ਨਾਲ ਇਹ ਬ੍ਰਹਮ ਕਰਮ ਹੈ, ਤੇ ਫਿਰ ਤੁਸੀਂ ਸੁਣੋ ਸਭ ਫੂਕਟ ਨਿਸ਼ਚਉ ਕਰਮੰ। ਸਤਿਗੁਰੂ ਜੀ ਕਹਿੰਦੇ ਸਾਰਾ ਹੀ ਝੂਠ ਹੈ, ਇਹ ਕੋਈ ਸੱਚਾ ਕਰਮ ਨਹੀਂ ਹੈ, ਤੇ ਨਿਸ਼ਚੇ ਕਰਕੇ ਹੀ ਫੋਕਟ ਕਰਮ ਨੇ, ਸਾਰੇ ਪਖੰਡ ਨੇ। ਜਿਹੜੇ ਕੋਈ ਪੱਥਰਾਂ ਨੂੰ ਪੂਜਦੇ ਨੇ, ਕਬਰਾਂ ਨੂੰ ਮੰਨਦੇ ਨੇ, ਮਹਾਰਾਜ ਸਾਹਿਬ ਕਹਿੰਦੇ ਸਾਰਾ ਹੀ ਝੂਠ ਹੈ, ਇਹ ਕੋਈ ਸੱਚ ਨਹੀਂ। ਇਹਦੇ ਵਿੱਚ 1% ਵੀ ਸੱਚ ਨਹੀਂ। ਜੇ ਮੰਨੀਏ ਕਿ ਰੱਬ ਦੀ ਵਿਚਾਰ, ਇਹਦੇ ਵਿੱਚ ਰੱਬ ਦੀ ਕੋਈ ਵਿਚਾਰ ਨਹੀਂ। ਕਹੋ ਨਾਨਕ ਨਿਹਚਉ ਧਿਆਵੈ, ਸਤਿਗੁਰੂ ਜੀ ਕਹਿੰਦੇ ਜਿਹੜਾ ਨਿਸ਼ਚੇ ਕਰਕੇ ਗੁਰੂ ਨਾਨਕ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਧਿਆਉਂਦਾ ਹੈ, ਵਿਣ ਸਤਿਗੁਰ ਵਾਟ ਨਾ ਪਾਵੈ। ਕਿਉਂਕਿ ਬਿਨਾਂ ਸਤਿਗੁਰ ਤੋਂ ਤੇ ਕਿਸੇ ਨੂੰ ਰਾਹ ਹੀ ਨਹੀਂ ਪਤਾ। ਜਿਵੇਂ ਹੁਣ ਸਾਡੇ ਇਲਾਕੇ ਦੇ ਵਿੱਚ ਕੋਈ ਅਣਜਾਣ ਬੰਦਾ ਆ ਜਾਵੇ ਤੇ ਉਹਨੂੰ ਕੋਈ ਰਾਹ ਪੁੱਛ ਲਵੇ, ਰਾਹਗੀਰ ਕਿ ਸੁਲਤਾਨਪੁਰ ਨੂੰ ਰਾਹ ਕਿਹੜਾ ਜਾਂਦਾ ਭਾਈ, ਉਹ ਕਹੇਗਾ ਮੈਨੂੰ ਨਹੀਂ ਪਤਾ, ਮੈਂ ਇਸ ਇਲਾਕੇ ਦਾ ਨਹੀਂ। ਇਸੇ ਪ੍ਰਕਾਰ ਹੀ ਸੱਚਖੰਡ ਦਾ ਰਾਹ ਜਿਹੜਾ ਨਾ ਸੰਗਤ ਜੀ, ਇਹ ਇਕੱਲੇ ਤੇ ਗੁਰੂ ਨਾਨਕ ਦੇਵ ਜੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਤਾ ਹੈ, ਹੋਰ ਕਿਸੇ ਨੂੰ ਨਹੀਂ ਪਤਾ। ਕਿਸੇ ਦੇਹਧਾਰੀ ਬਾਬੇ ਫਕੀਰ ਨੂੰ ਨਹੀਂ ਰਾਹ ਪਤਾ ਸੱਚਖੰਡ ਦਾ। ਜੇ ਪਤਾ ਹੈ ਗੁਰੂ ਗ੍ਰੰਥ ਸਾਹਿਬ ਜੀ ਨੂੰ, ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਸੇਵਾਦਾਰਾਂ ਨੂੰ, ਸੰਤਾਂ ਮਹਾਂਪੁਰਖਾਂ ਨੂੰ ਰਾਹ ਪਤਾ ਹੈ। ਇਹਨਾਂ ਤੋਂ ਬਗੈਰ ਹੋਰ ਕਿਸੇ ਨੂੰ ਬਾਟ ਨਹੀਂ ਪਤਾ। ਪੌੜੀ
ਕੱਪੜ ਰੂਪ ਸੁਹਾਵਣਾ, ਛੱਡ ਦੁਨੀਆ ਅੰਦਰ ਜਾਵਣਾ। ਸਤਿਗੁਰੂ ਜੀ ਫਰਮਾਨ ਕਰਦੇ ਨੇ ਜਿਹੜੇ ਬੜੇ ਸੋਹਣੇ ਕੱਪੜੇ ਪਾਉਣੇ ਨੇ, 10-10 ਹਜ਼ਾਰ ਦਾ ਬ੍ਰਾਂਡ ਪਾਉਣਾ ਉਹਦੇ ਸਰੀਰ ਦੇ ਉੱਤੇ, ਮਹਾਰਾਜ ਸਾਹਿਬ ਕਹਿੰਦੇ ਛੱਡ ਦੁਨੀਆ ਅੰਦਰ ਜਾਵਣਾ। ਇਹ ਜਿੰਨਾ ਕੁਝ ਸਾਰਾ ਕੁਝ ਸੰਸਾਰ ਤੇ ਛੱਡ ਜਾਣਾ, ਨਾਲ ਨਹੀਂ ਕੁਝ ਲੈ ਕੇ ਜਾਣਾ। ਇੰਨੇ ਸੋਹਣੇ ਜਿਆਦੇ ਸਰੂਪ ਬਣਾਉਣੇ, ਬੜਾ ਰੂਪ ਸ਼ਿੰਗਾਰ ਕਰਨਾ ਕਿ ਮੈਂ ਸੋਹਣਾ ਲੱਗਾ, ਮੈਨੂੰ ਕੋਈ ਵੇਖੇ ਤੇ ਕਵੇ ਕਿੰਨੇ ਵਧੀਆ ਲੀੜੇ ਪਾਏ ਨੇ ਇਸਨੇ। ਬੜਾ ਅਮੀਰ ਹੋਵੇਗਾ, ਧਨਾੜ ਪੁਰਖ ਹੋਵੇਗਾ, ਪਰ ਸਤਿਗੁਰੂ ਜੀ ਕਹਿੰਦੇ ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ। ਜਿਹੜਾ ਸੰਸਾਰ ਤੇ ਆਇਆ ਉਹਨੇ ਜਾਣਾ ਹੀ ਹੈ, ਭਾਵੇਂ ਕੋਈ ਗਰੀਬ ਬਣ ਕੇ ਰਵੇ ਭਾਵੇਂ ਅਮੀਰ, ਛੱਡ ਦੁਨੀਆ ਅੰਦਰ ਜਾਵਣਾ। ਇਹ ਜਿੰਨੇ ਸੋਹਣੇ ਸੋਹਣੇ ਕੱਪੜੇ ਪਾਏ, ਇੰਨਾ ਸੋਹਣਾ ਰੂਪ ਬਣਾਇਆ, ਸਤਿਗੁਰੂ ਜੀ ਕਹਿੰਦੇ ਸਾਰਾ ਦੁਨੀਆ ਦੇ ਅੰਦਰ ਹੀ ਛੱਡ ਜਾਣਾ ਹੈ। ਮੰਦਾ ਚੰਗਾ ਆਪਣਾ, ਆਪੇ ਹੀ ਕੀਤਾ ਪਾਵਣਾ। ਇੱਕ ਚੀਜ਼ ਨਾਲ ਜਾਂਦੀ, ਸਤਿਗੁਰੂ ਜੀ ਕਹਿੰਦੇ ਮੰਦਾ ਚੰਗਾ ਆਪਣਾ, ਆਪੇ ਹੀ ਕੀਤਾ ਪਾਵਣਾ। ਜੇ ਕਿਸੇ ਨੇ ਸੰਸਾਰ ਦੇ ਕੋਈ ਮਾੜਾ ਕਰਮ ਕਰਤਾ ਨਾ, ਕਿਸੇ ਦੇ ਨਾਲ ਧੱਕਾ ਕਰਤਾ, ਕੋਈ ਵੀ ਜ਼ੋਰ ਜ਼ੁਲਮ ਕਰਤਾ, ਮਹਾਰਾਜ ਸਾਹਿਬ ਜੀ ਕਹਿੰਦੇ ਤੇ ਭਾਵੇਂ ਕਿਸੇ ਨੇ ਚੰਗਾ ਕਰਤਾ, ਆਪੇ ਕੀਤਾ ਭਾਵਨਾ। ਉਹਨੂੰ ਆਪਣੇ ਕੀਤੇ ਕਰਾਏ ਦਾ ਆਪੇ ਫਲ ਭੁਗਤਣਾ ਪਵੇਗਾ। ਹੁਕਮ ਕੀਏ ਮਨ ਭਾਵਦੇ, ਰਾਹੀ ਭੀੜੈ ਅੱਗੇ ਜਾਵਣਾ। ਜਿਹੜੇ ਸਤਿਗੁਰੂ ਜੀ ਕਹਿੰਦੇ ਹੁਣ ਕਹਿੰਦੇ ਨੇ ਨਾ, ਅਸੀਂ ਆਪਦੇ ਮਨ ਭਾਉਂਦੇ ਹੁਕਮ ਕਰਾਂਗੇ, ਜੀ ਕੀਤਾ ਗੁਰੂ ਘਰ ਚਲੇ ਗਏ, ਜੇ ਨਾ ਕੀਤਾ ਤੇ ਨਾ ਗਏ। ਹੁਕਮ ਕੀਏ ਮਨ ਭਾਵਦੇ, ਮਨ ਨੂੰ ਭਾਉਂਦੇ ਹੁਕਮ ਕਰਦੇ ਨੇ, ਜਿਹੜੇ ਹੁਕਮ ਦਾ ਜੀ ਕਰਦਾ ਸਤਿਗੁਰੂ ਜੀ ਕਹਿੰਦੇ ਉਹ ਕਰਦੇ ਨੇ। ਰਾਹੇ ਭੀੜੈ ਅੱਗੇ ਜਾਵਣਾ, ਪਰ ਉਹਨਾਂ ਨੂੰ ਬਹੁਤੇ ਸਿਆਣਿਆਂ ਨੂੰ ਇਹ ਨਹੀਂ ਪਤਾ ਕਿ ਲੇਖਾ ਲੀਜਿਆ ਤਿਲ ਜਾਉ ਪੀੜੀ। ਜਿਵੇਂ ਤਿਲ ਪੀੜਿਆ ਜਾਂਦਾ ਹੈ ਨਾ, ਇਸ ਪ੍ਰਕਾਰ ਲੇਖਾ ਹੋਵੇਗਾ। ਨੰਗਾ ਦੋਜਕ ਚਾਲਿਆ, ਤਾ ਦਿਸੈ ਖਰਾ ਡਰਾਵਣਾ। ਇਹ 'ਚ ਸੰਗਤ ਜੀ ਕੋਈ ਦੋ ਰਹਿ ਨਹੀਂ। ਜਿੰਨੇ ਮਾੜੇ ਕਰਮ ਕੀਤੇ ਨਾ, ਆਪਦੀਆਂ ਮਨ ਮਰਜ਼ੀਆਂ ਕੀਤੀਆਂ, ਗੁਰੂ ਗ੍ਰੰਥ ਸਾਹਿਬ ਦੀ ਗੱਲ ਨਹੀਂ ਸੁਣੀ, ਬੜੇ ਗੁਰੂ ਕੇ ਸਿੱਖ ਬੇਨਤੀਆਂ ਕਰਦੇ ਰਹੇ ਗੁਰੂ ਕੀ ਸੰਗਤ ਨੂੰ, ਅੰਮ੍ਰਿਤ ਵੇਲੇ ਉੱਠੋ, ਆਪਦੇ ਧੀਆਂ ਪੁੱਤਰਾਂ ਨੂੰ ਲੜ ਲਾਓ ਗੁਰਬਾਣੀ ਦੇ, ਇਹ ਨਾ ਹੋਵੇ ਕਿ ਨਰਕਾਂ ਨੂੰ ਸੁੱਟ ਦਵਾਂ ਦੇ ਬੱਚਿਆਂ ਨੂੰ। ਮਹਾਰਾਜ ਸਾਹਿਬ ਜੀ ਕਹਿੰਦੇ ਜਿੰਨੇ ਗੱਲਾਂ ਨਹੀਂ ਨਾ ਸੁਣੀਆਂ ਗੁਰਸਿੱਖਾਂ ਦੀਆਂ, ਨੰਗਾ ਦੋਜਕ ਚੱਲਿਆ, ਭਾਵੇਂ ਕੋਈ ਇਸਤਰੀ ਭਾਵੇਂ ਪੁਰਸ਼। ਇੱਥੇ ਵੇਖੋ ਆਪਦੀ ਇੱਜ਼ਤ ਦਾ ਕਿੰਨਾ ਸਾਰਿਆਂ ਨੂੰ ਖਿਆਲ ਹੁੰਦਾ ਧਰਤੀ ਤੇ, ਕਿ ਸਾਡੀ ਜਿਹੜੀ ਪਾਜ ਉਹ ਲੈ ਨਾ ਜਾਵੇ, ਸਾਡੀ ਪੱਤ ਨਾ ਬੇਪੱਤ ਹੋ ਜਾਵੇ। ਪਰ ਸਤਿਗੁਰੂ ਜੀ ਕਹਿੰਦੇ ਜਿੰਨੇ ਕੰਮ ਹੀ ਮਾੜੇ ਕਰਤੇ ਭਾਈ, ਉਹਨੂੰ ਤਾਂ ਫਿਰ ਨੰਗੇ ਪਿੰਡੇ ਹੀ ਜਾਣਾ ਪੈਂਦਾ ਹੈ ਦੋਜਕਾਂ ਨੂੰ। ਤਾ ਦਿਸੈ ਖਰਾ ਡਰਾਵਣਾ। ਬੜਾ ਡਰਾਉਣਾ ਰੂਪ ਦਿਸਦਾ ਉਹਦਾ, ਤੇ ਡਰਾਉਣੇ ਰੂਪ ਵਾਲੇ ਉਹਨੂੰ ਲੈਣ ਆਉਂਦੇ ਨੇ, ਫਿਰ ਕਾਲੇ ਮੂੰਹ ਵਾਲੇ ਜਾਂ ਵੱਡੇ ਵੱਡੇ ਸਿੰਗਾਂ ਵਾਲੇ। ਇਹ ਨਹੀਂ ਕਿ ਉਹਨੂੰ ਦਿਬਰੂਆਂ ਲੈਣ ਆਉਗੀਆਂ ਬੜੇ ਗਵਾਨ ਸੋਹਣੇ ਤੇ। ਮਹਾਰਾਜ ਸਾਹਿਬ ਜੀ ਕਹਿੰਦੇ ਕਿ ਨੰਗੇ ਪਿੰਡੇ ਦੋਜਕਾਂ ਨੂੰ ਜਾਂਦਾ ਨਰਕਾਂ ਨੂੰ। ਦਿਸੈ ਖਰਾ ਡਰਾਵਣਾ, ਬੜਾ ਹੀ ਜ਼ਿਆਦਾ ਡਰਾਉਣਾ ਰੂਪ ਦਿਸਦਾ ਉਹਦਾ। ਫਿਰ ਕਰ ਅਵਗਣ ਪਛੋਤਾਵਣਾ। ਪਰ ਇਹਦਾ ਸਾਰਾ ਕਾਰਨ ਕੀ ਰਿਹਾ? ਸਤਿਗੁਰੂ ਜੀ ਕਹਿੰਦੇ ਕਰ ਅਵਗਣ ਪਛੋਤਾਵਣਾ। ਜਿਹੜੇ ਅਵਗਣ ਕੀਤੇ ਨਾ ਦੁਨੀਆ ਦੇ ਉੱਤੇ, ਉਹਦਾ ਹੀ ਪਛਤਾਉਣਾ ਮਿਲ ਰਿਹਾ ਹੈ। ਜਦੋਂ ਇੰਨੇ ਪਾਪ ਹੀ ਕਮਾਤੇ, ਗੁਰੂ ਕੀ ਸਾਰ ਸੰਗਤ ਵਿੱਚ ਨਹੀਂ ਆਏ, ਜਦੋਂ ਗੁਰੂ ਘਰ ਆਉਣ ਦਾ ਟਾਈਮ ਉਦੋਂ ਸੌਂ ਗਏ, ਤੇ ਜਦੋਂ ਸੌਣ ਦਾ ਟਾਈਮ ਉਦੋਂ ਭਾਈ ਵਿਸ਼ੇ ਵਿਕਾਰ ਕਮਾਉਣ ਲੱਗ ਪਏ, ਗੁਰੂ ਦੇ ਹੁਕਮ ਦੇ ਨਾਲ ਤੇ ਚੱਲੇ ਹੀ ਨਹੀਂ। ਸਤਿਗੁਰੂ ਜੀ ਕਹਿੰਦੇ ਕਰ ਅਵਗਣ ਪਛੋਤਾਵਣਾ। ਫਿਰ ਜੀਵ ਨੂੰ ਪਛਤਾਉਣਾ ਮਿਲਦਾ ਵਾਰ-ਵਾਰ ਜੂਨਾਂ ਦੇ ਅੰਦਰ ਭਟਕਦਾ ਹੈ ਮਨੁੱਖ। ਇਹ ਨਹੀਂ ਕਿ ਫਿਰ ਸੱਚਖੰਡ ਦੀ ਪ੍ਰਾਪਤੀ ਹੋ ਜਾਵੇਗੀ। ਜਿੰਨਾ ਚਿਰ ਅਵਗਣਾ ਰਹਾ ਹੈ ਨਾ ਮਨੁੱਖ, ਉਹਨਾਂ ਚਿਰ ਸੱਚਖੰਡ ਦੀ ਪ੍ਰਾਪਤੀ ਨਹੀਂ ਹੋ ਸਕਦੀ। ਜਿਨੇ ਗੁਰੂ ਦਾ ਬਚਨ ਕਮਾਇਆ ਉਹਦਾ ਹੀ ਪਾਰ ਉਤਾਰਾ ਹੋਇਆ ਹੈ। ਸਤਿਗੁਰੂ ਜੀ ਫਰਮਾਨ ਕਰਦੇ ਨੇ, ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੈ ਕਬੂ ਨਾ ਛਾਡੈ ਖੇਤ। ਧੰਨ ਸੰਤ ਗਿਆਨੀ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਮਹਾਂਪੁਰਖ, ਜਿਨ੍ਹਾਂ ਦਾ ਸ਼ਹੀਦੀ ਦਿਹਾੜਾ ਹੈ। ਸਤਿਗੁਰੂ ਜੀ ਕਹਿੰਦੇ ਉਹਨਾਂ ਨੇ ਬਚਨ ਕਮਾਏ ਗੁਰੂ ਦੇ, ਅਵਗੁਣਾਂ ਨੂੰ ਛੱਡਿਆ, ਗੁਣਾਂ ਨੂੰ ਧਾਰਨ ਕੀਤਾ।
ਤਾਇਓ ਤੇ ਕਿਹਾ ਜਾਂਦਾ ਸੂਰਾ ਸੂ ਪਹਿਚਾਨੇ, ਤਾਇਓ ਤੇ ਉਹਨਾਂ ਨੂੰ ਸੂਰਮੇ ਕਿਹਾ ਜਾਂਦਾ, ਮਰਦ ਅਗੰਮੜੀ ਕਿਹਾ ਜਾਂਦਾ ਹੈ, ਨੌਜਵਾਨਾਂ ਦੇ ਦਿਲਾਂ ਦੀ ਧੜਕਣ ਕਿਹਾ ਜਾਂਦਾ ਉਹਨਾਂ ਮਹਾਂਪੁਰਖਾਂ ਨੂੰ। ਐਸੇ ਹਨ ਦੀਨ ਦਇਆਲ ਸਤਿਗੁਰੂ ਜੀ, ਜਿਹੜੇ ਆਪਣੇ ਗੁਰਸਿੱਖਾਂ ਨੂੰ ਸ਼ੁਭ ਗੁਣ ਬਖਸ਼ ਦਿੰਦੇ ਨੇ ਤੇ ਔਗੁਣਾਂ ਦਾ ਨਿਪਟਾਰਾ ਕਰ ਦਿੰਦੇ ਨੇ। ਅੱਜ ਸੰਗਤ ਜੀ ਬੜੇ ਪਾਕ ਪਵਿੱਤਰ ਸਮੇਂ ਦੇ ਜੋੜ ਮੇਲੇ ਹਨ। ਪਹਿਲਾ ਜੋੜ ਮੇਲਾ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ, ਦੂਜਾ ਜੋੜ ਮੇਲਾ 6 ਜੂਨ 1984 ਘੱਲੂਘਾਰਾ ਬਲੂ ਸਟਾਰ। ਬੜੀ ਦੁਖਦਾਈ ਘਟਨਾ ਵਾਪਰੀ ਉਸ ਸਮੇਂ, ਕਿੰਨਾ ਸਰਕਾਰ ਨੇ ਤਸ਼ੱਦਦ ਕੀਤਾ। ਸ੍ਰੀ ਅਕਾਲ ਤਖਤ ਸਾਹਿਬ ਜੀ ਤੇ ਟੈਂਕਾਂ ਦੇ ਨਾਲ, ਗੋਲੀਆਂ ਦੇ ਨਾਲ ਜਿੰਨਾ ਨੁਕਸਾਨ ਕੀਤਾ ਪੰਥ ਦਾ, ਨਸਲਕੁਸ਼ੀ ਕੀਤੀ ਗੁਰਸਿੱਖਾਂ ਦੀ, ਬੜਾ ਹੀ ਜ਼ਿਆਦਾ ਨੁਕਸਾਨ ਕੀਤਾ। ਇਹ ਸਮਾਂ ਬੜਾ ਸੰਗਤ ਜੀ ਹਿਰਦੇ ਨੂੰ ਵਿਲੁੰਦਣ ਵਾਲਾ ਹੈ। ਸਾਰਿਆਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਆਪੋ ਆਪਣੇ ਘਰਾਂ ਦੇ ਵਿੱਚ ਕੋਈ ਨਹੀਂ ਤੇ ਇੱਕ ਇੱਕ ਮਾਲਾ ਮੂਲ ਮੰਤਰ ਦੀ ਭਾਈ ਕਰ ਲਿਓ, ਹੋਰ ਕੁਝ ਨਹੀਂ। ਕਿਉਂਕਿ ਇਹਨਾਂ ਗੁਰਸਿੱਖਾਂ ਨੇ ਸਾਡੇ ਲਈ ਸਾਡੀ ਖਾਤਰ ਜਾਨਾਂ ਵਾਰੀਆਂ, ਕਿ ਜਿਨ੍ਹਾਂ ਨੂੰ 2% ਕਹਿੰਦੇ ਨੇ ਸਾਰੀ ਦੁਨੀਆ ਦੇ ਅੰਦਰ, ਉਹਦਾ ਨਾਂ ਉੱਚਾ ਕਰਨਾ ਹੈ। ਹੁਣ ਸੰਤ ਬਾਬਾ ਜਰਨੈਲ ਸਿੰਘ ਜੀ ਦਾ ਨਾਂ ਭਾਈ ਕੌਣ ਨਹੀਂ ਜਾਣਦਾ, ਸਾਰੇ ਹੀ ਜਾਣਦੇ ਨੇ। ਜੇ ਸ਼ਹਾਦਤ ਦਿੱਤੀ ਏ 84 ਨੂੰ ਕੌਣ ਨਹੀਂ ਜਾਣਦਾ, ਤਾਂ ਹੀ ਜਾਣਦੇ ਜੇ ਸ਼ਹਾਦਤਾਂ ਦਿੱਤੀਆਂ ਨੇ। ਜੇ ਸੱਚ ਦੇ ਰਾਹ ਤੇ ਤੁਰੇ ਨੇ ਤਾਂ ਹੀ ਸਾਰੇ ਜਾਣਦੇ ਨੇ। ਇਹ ਜਿੰਨੀ ਵਾਰਤਾਲਾਪ ਏ ਸਾਰੀ ਆਪਾਂ ਸੰਧਿਆ ਦੇ ਵੇਲੇ ਦੀਵਾਨਾਂ ਦੀ ਸਮਾਪਤੀ ਤੋਂ ਬਾਅਦ ਸਰਵਣ ਕਰਾਂਗੇ। ਸੋ ਸਾਰਿਆਂ ਦੇ ਚਰਨਾਂ ਵਿੱਚ ਬੇਨਤੀ ਏ, 4 ਪਹਿਰ ਨੇ ਦਿਹਾੜੀ ਦੇ, ਇਹ ਕਿਤੇ ਅੱਜ ਐਵੇਂ ਨਾ ਗਵਾ ਦਿਓ। ਜਿੰਨਾ ਸਮਾਂ ਹੋ ਸਕੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਵਿੱਚ ਧਿਆਨ ਧਰ ਕੇ ਭਾਈ ਗੁਜ਼ਾਰਿਓ। ਸਮਾਂ ਬੜਾ ਪਾਕ ਪਵਿੱਤਰ ਹੈ, ਸਮੇਂ ਦੀ ਵਿਚਾਰ ਕਰਿਓ, ਆਪਣੇ ਬੱਚਿਆਂ ਨੂੰ ਸਮਝਾਇਓ। ਅੱਜ ਸਮਾਂ ਬੜਾ ਪਵਿੱਤਰ ਹੈ, ਬੜੀਆਂ ਸ਼ਹੀਦੀਆਂ ਹੋਈਆਂ ਗੁਰਸਿੱਖਾਂ ਦੀਆਂ, ਛੋਟੇ ਛੋਟੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਸਰਕਾਰ ਨੇ ਕੋਈ ਨਹੀਂ ਛੱਡਿਆ ਭਾਈ, ਸਾਰਿਆਂ ਨੂੰ ਸ਼ਹੀਦ ਕਰ ਦਿੱਤਾ। ਸਮਾਂ ਬੜਾ ਪਵਿੱਤਰ, ਵਾਰ-ਵਾਰ ਬੇਨਤੀ ਕਰ ਰਹੇ ਹਾਂ ਕਿਤੇ ਐਵੇਂ ਨਾ ਗਵਾ ਦਿਓ। ਸਮਾਂ ਕਥਾ ਵਿਚਾਰ ਦਾ ਸਮਾਪਤ ਹੈ। ਕਥਾ ਵਿਚਾਰ ਕਰਦਿਆਂ, ਬੇਨਤੀ ਕਰਦਿਆਂ ਬੜੀਆਂ ਭੁੱਲਾਂ ਤਰੁੱਟੀਆਂ ਉਣਤਾਈਆਂ ਹੋ ਜਾਂਦੀਆਂ ਨੇ। ਸਤਿਗੁਰੂ ਜੀ ਮਾਫ ਕਰਨ, ਕਿਰਪਾ ਮਿਹਰਾਮਤ ਕਰਨ, ਆਪਣੇ ਚਰਨਾਂ ਦੇ ਨਾਲ ਜੋੜ ਲੈਣ। ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ। ਨੰਗਾ ਦੂਜਕ ਚਾਲਿਆ ਤਾ ਦਿਸੈ ਖਰਾ ਡਰਾਵਣਾ, ਕਰ ਔਗਣ ਪਛੁਤਾਵਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਚੁੱਤ ਹੇ ਪਾਰ ਬ੍ਰਹਮ, ਅਬਿਨਾਸੀ ਅਘਨਾਸ, ਹੇ ਪੂਰਨ ਹੇ ਸਰਬ ਮੈਂ, ਦੁਖ ਭੰਜਨ ਗੁਣ ਤਾਸ। ਹੇ ਸੰਗੀ ਹੇ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ, ਜਾ ਕੈ ਸਦਾ ਵਿਵੇਕ। ਹੇ ਅਪਰੰਪਰ ਹਰ ਹਰਿ, ਹੈ ਪੀ ਹੋਵਨਹਾਰ, ਹੇ ਸੰਤਹਿ ਕੈ ਸਦਾ ਸੰਗ, ਨਿਧਾਰਾ ਆਧਾਰ। ਹੇ ਠਾਕੁਰ ਹਉ ਦਾਸਰੁ, ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀਜੈ ਨਾਮ ਦਾਨ, ਰਾਖੋ ਹੀਐ ਪਰੋਇ। ਆਏ ਪ੍ਰਭ ਸਰਣਾਗਤੀ, ਕਿਰਪਾ ਨਿਤ ਦਇਆਲ, ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ, ਜੜੇ ਸੋ ਤਰੇ ਪਾਰ, ਜੋ ਸਰਦਾ ਕਰ ਸੇਮ ਦੇ, ਗੁਰ ਪਾਰੇ ਉਤਾਰਨ ਹਾਰ। ਕਥਾ ਨਿਤਾ ਪ੍ਰਤ ਹੋਤ ਹੈ, ਸੁਣੋ ਸੁਸਿੰਗ ਸੁਜਾਨ, ਨਾਨਕ ਗੁਰੂ ਗੋਬਿੰਦ ਸਿੰਘ ਜੀ, ਕਰੈ ਸਦਾ ਕਲਿਆਣ। ਨਾਨਕ ਗੁਰੂ ਗੋਬਿੰਦ ਸਿੰਘ ਜੀ, ਕਰੈ ਸਦਾ ਕਲਿਆਣ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।